ਅੱਜ ਮੇਰੀ ਖੁਦ ਨਵਿਸ਼ਤ ਜਿਹੜੀ ਹੈ ਜਿਹੜੀ ਸਵਾਨੇ ਉਮਰੀ ਮੈਂ ਆਪਣੀ ਰਿਕਾਰਡ ਕਰ ਰਿਹਾ ਇਹਦੀ ਤੀਸਰੀ ਇਹ ਕਿਸ਼ਤ ਹੈਗੀ ਹੈ। ਪਿਛਲੀਆਂ ਦੋ ਕਿਸ਼ਤਾਂ ਜਿਹੜੀਆਂ ਉਹ ਅਪਲੋਡ ਕੀਤੀਆਂ ਨੇ ਮੈਂ ਆਪਣੇ YouTube ਚੈਨਲ ਤੇ ਔਰ Facebook ਤੇ ਵੀ ਉਹ ਮੌਜੂਦ ਨੇ। ਇਹਦੇ ਦੌਰਾਨ ਇੱਕ ਦੋਸਤ ਨੇ ਸਵਾਲ ਕੀਤਾ ਕਿ ਮੈਂ ਇੱਕ ਦੋ ਅਲਫਾਜ਼ ਆਮ ਤੌਰ ਤੇ ਇਸਤੇਮਾਲ ਹੁੰਦੇ ਨੇ, ਝਟਕਾ, ਜੱਟ ਜ਼ਿਮੀਂਦਾਰ, ਤੇ ਉਹਦੇ ਵਿੱਚ ਰਾਣਾ ਜ਼ਿਮੀਂਦਾਰ, ਰਾਜਪੂਤ ਜ਼ਿਮੀਂਦਾਰ ਜਾਂ ਰਾਈ ਜ਼ਿਮੀਂਦਾਰ ਜਾਂ ਕੁਰੈਸ਼ੀ ਜ਼ਿਮੀਂਦਾਰ ਜਾਂ ਹੋਰ ਇਸ ਤਰ੍ਹਾਂ ਸ਼ਾਹ ਜ਼ਿਮੀਂਦਾਰ, ਇਹ ਇਸਤੇਮਾਲ ਅਲਫਾਜ਼ ਨਹੀਂ ਹੁੰਦੇ। ਅਮੂਮਨ ਜਿਹੜੇ ਉਹ ਵੀ ਲੋਕ ਨੇ ਉਹ ਵੀ ਆਪਣੇ ਆਪ ਨੂੰ ਜੱਟ ਜ਼ਿਮੀਂਦਾਰ ਹੀ ਕਹਿਲਾਉਂਦੇ ਨੇ। ਤੇ ਉਹਦੀ ਵਜ੍ਹਾ ਕੀ ਹੈ ਬਈ ਇੱਕ ਰਾਜਪੂਤ ਜ਼ਿਮੀਂਦਾਰ ਕਿਉਂ ਨਹੀਂ ਕਹਿੰਦੇ ਤੇ ਜਾਂ ਰਾਈ ਜ਼ਿਮੀਂਦਾਰ ਕਿਉਂ ਨਹੀਂ ਕਹਿੰਦੇ? ਗੱਲ ਇਹ ਹੈ ਕਿ ਬਾਬਾ ਜੀ ਆਦਮ ਅਲੈਹਿਸਲਾਮ ਦੀ ਜਿਹੜੀ ਤਖਲੀਕ ਹੈ ਨਾ, ਤੁਹਾਨੂੰ ਪਤਾ ਕਿ ਉਸ ਤੋਂ ਕਈ ਲੱਖ ਤੇ ਕਰੋੜ ਸਾਲ ਪਹਿਲੋਂ ਇੱਕ ਬਿਗ ਬੈਂਗ ਥਿਊਰੀ ਹੈ, ਜਦੋਂ ਇਹ ਕਾਇਨਾਤ ਜਿਹੜੀ ਹੈ ਅੱਲਾਹ ਤਾਲਾ ਨੇ ਇਹਨੂੰ ਬਣਾਇਆ। ਤੇ ਉਹਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਬਿਗ ਬੈਂਗ ਦੀ ਥਿਊਰੀ ਜਿਹੜੀ ਕੁਰਾਨ ਦੇ ਵਿੱਚ ਵੀ ਉਹਦੇ ਕੋਈ ਇਸ਼ਾਰੇ ਮਿਲਦੇ ਨੇ ਕਿ ਉਹਦੇ 'ਚ ਆ ਕੇ ਤੇ ਕਈ ਕਿਸਮ ਦੀ ਮਖਲੂਕ ਜਿਹੜੀ ਹੈ, ਖਾਸ ਤੌਰ ਤੇ ਯੂਨੀਸੈਲੂਲਰ, ਮਲਟੀ ਸੈਲੂਲਰ ਜਿਹੜੇ ਬੈਕਟੀਰੀਆ ਜਾਂ ਪੈਰਾਸਾਈਟਸ ਵਗੈਰਾ ਨੇ, ਇਹਨਾਂ ਦੀ ਤਖਲੀਕ ਕੀਤੀ ਗਈ। ਬਾਅਦ ਅਜ਼ਾਂ ਫਿਰ ਜਿਹੜਾ ਉਹ ਜਿੰਨਾਤ ਆ ਗਏ ਔਰ ਫਰਿਸ਼ਤੇ, ਇਹਨਾਂ ਦੀ ਤਖਲੀਕ ਕੀਤੀ ਗਈ। ਖੈਰ, ਮੈਂ ਗੱਲ ਜੱਟ ਜ਼ਿਮੀਂਦਾਰ ਤੋਂ ਸ਼ੁਰੂ ਕਰਨਾ ਕਿ ਬਾਬਾ ਜੀ ਆਦਮ ਦੀ ਤਖਲੀਕ ਜਿਸ ਵੇਲੇ ਹੋਈ ਤੇ ਉਸ ਤੋਂ ਬਾਅਦ ਜਿਹੜਾ ਪਹਿਲਾ ਸਬਬ ਉਹਨਾਂ ਦੀ ਰੋਜ਼ੀ ਦਾ ਕਿਹਾ ਜਾਂਦਾ ਨਾ, ਔਰ ਉਹ ਜ਼ਰਾਤ ਦੇ ਨਾਲ ਮੁਤਲਕ ਹੈ। ਔਰ ਉਸ ਵਕਤ ਤੋਂ ਲੈ ਕੇ ਸਾਡੇ ਜੱਦੇ ਅਮਜਦ ਬਾਬਾ ਜੀ ਤੋਂ ਲੈ ਕੇ ਬਾਬਾ ਜੀ ਆਦਮ ਅਲੈਹਿਸਲਾਮ ਤੋਂ ਹੁਣ ਤੱਕ ਜਿਹੜਾ ਰਿਜ਼ਕ, ਰੋਜ਼ਗਾਰ, ਖਾਣ ਪੀਣ ਦਾ ਤਾਲੁਕ ਹੈ ਨਾ, ਜ਼ਾਹਿਰ ਹੈ ਉਹ ਲਾਈਫ ਸਟਾਕ ਹੈ ਜਾਂ ਤੁਹਾਡੇ ਜਿਹੜਾ ਉਹ ਕੋਈ ਫਿਸ਼ ਹੋਏਗੀ ਗੋਸ਼ਤ ਖਾਣ ਦੇ ਹਵਾਲੇ ਨਾਲ, ਜਾਂ ਅਨਾਜ ਜਿਹੜਾ ਹੈ, ਯਾਨੀ ਮੇਨ ਜਾਂ ਐਗਰੀਕਲਚਰ, ਐਨੀਮਲ ਐਗਰੀਕਲਚਰ ਤੇ ਜਾਂ ਕ੍ਰੌਪ ਐਗਰੀਕਲਚਰ ਹੈ ਇਹਦੇ ਰਿਲੇਟਡ। ਜਿਹੜਾ ਉਸ ਜ਼ਮਾਨੇ ਦੇ ਵਿੱਚ ਬਾਬਾ ਜੀ ਨੂੰ ਵੀ ਕਿਹਾ ਗਿਆ ਕਿ ਫਲਾਣੇ ਦਰਖਤ ਤੋਂ ਤੁਸੀਂ ਨਾ ਖਾਓ, ਇਹਦਾ ਮਤਲਬ ਹੈ ਕਿ ਰਿਜ਼ਕ ਦਾ ਬੁਨਿਆਦੀ ਜੁਜ਼ ਜਿਹੜਾ ਨਾ ਇਨਸਾਨ ਵਾਸਤੇ, ਬਾਕੀ ਫਰਿਸ਼ਤਿਆਂ ਵਾਸਤੇ ਕੋਈ ਰੂਹਾਨੀ ਗ਼ਜ਼ਾ ਹੋ ਸਕਦੀ ਹੈ, ਹੋਏਗੀ, ਲੇਕਿਨ ਇਨਸਾਨਾਂ ਵਾਸਤੇ ਬੁਨਿਆਦੀ ਗ਼ਜ਼ਾ ਐਨੀਮਲ ਐਗਰੀਕਲਚਰ ਹੈ ਜਾਂ ਕ੍ਰੌਪ ਐਗਰੀਕਲਚਰ ਹੈ। ਤੇ ਜਦੋਂ ਵੀ ਲਫ਼ਜ਼ ਜੱਟ ਦਾ ਇਸਤੇਮਾਲ ਹੋਇਆ ਤਾਂ ਉਹ ਮਤਲਬ ਹੈ ਕਿ ਉਹ ਲੋਕ ਜਿਹੜੇ ਕਿ ਕਾਸ਼ਤਕਾਰੀ, ਖੇਤੀਬਾੜੀ ਦੇ ਨਾਲ ਓਰੀਜਨਲੀ ਜਿਹੜੇ ਵੀ ਇਹ ਕੰਮ ਕਰਦੇ ਨੇ ਉਹਨਾਂ ਨੂੰ ਜੱਟ ਕਿਹਾ ਜਾਂਦਾ ਹੈ। ਜੱਟ ਬਤੌਰ ਇੱਕ ਨਸਲ ਦੇ ਉਹ ਬੜੀ ਉਹਦੀ ਹਿਸਟਰੀ ਹੈ, ਉਹਦੇ 'ਚ ਬੜੀਆਂ ਕੰਟਰੋਵਰਸ਼ਲ ਵੀ ਗੱਲਾਂ ਹੈਗੀਆਂ ਨੇ ਕਿ ਜੱਟ ਇੱਕ ਤੇ ਬਤੌਰ ਪੇਸ਼ਾ ਜੱਟ ਜ਼ਿਮੀਂਦਾਰ, ਜਿਹੜਾ ਬੰਦਾ ਕਾਸ਼ਤਕਾਰੀ ਕਰਦਾ, ਖੇਤੀਬਾੜੀ ਕਰਦਾ, ਉਹ ਭਾਵੇਂ ਰਾਜਪੂਤ ਹੈ, ਭਾਵੇਂ ਉਹ ਜਿਹੜਾ ਉਹ ਅਰਾਈ ਹੈ, ਭਾਵੇਂ ਕਿਸੇ ਵੀ ਉਹ ਨਸਲ ਦਾ ਬੰਦਾ ਹੈ, ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਜੀ ਇਹ ਜੱਟ ਜ਼ਿਮੀਂਦਾਰ ਬੰਦਾ ਹੈਗਾ। ਬਾਕੀ ਜਿੱਥੋਂ ਤੱਕ ਇਹ ਹੈਗਾ ਸਾਡਾ ਤਾਲੁਕ, ਮਸਲ ਮੇਰਾ, ਕਿ ਸਾਨੂੰ ਸਾਡੇ ਮਿਰਾਸੀਆਂ ਨੇ ਜਿਹੜਾ ਉਹ ਦੱਸਦੇ ਰਹੇ ਨੇ। 1985 'ਚ ਮੇਰੀ ਸ਼ਾਦੀ ਹੋਈ ਸੀ ਤੇ ਉਹਦੇ 'ਚ ਮੈਂ ਉਹ ਹੁਣ ਤੇ ਉਹ ਮਰਾਸੀ ਰਹੇ ਹੀ ਨਹੀਂ ਜਿਹੜੇ ਸ਼ਜਰਾ ਨਸਬ ਪੜ੍ਹਦੇ ਹੁੰਦੇ ਸੀ, ਲੇਕਿਨ ਬਰਾਤ ਰੁਖਸਤ ਹੋਣ ਤੋਂ ਪਹਿਲੋਂ ਜੰਜ ਜਦੋਂ ਚੜ੍ਹਦੀ ਹੁੰਦੀ ਸੀ ਨਾ, ਉਦੋਂ ਜਿਹੜਾ ਪਿੰਡ ਦਾ ਤੁਹਾਡਾ ਖਾਨਦਾਨੀ ਮਰਾਸੀ ਹੁੰਦਾ ਸੀ ਨਾ, ਉਹ ਆ ਕੇ ਤੇ ਕਲਿਆਣ ਪੜ੍ਹਦਾ ਹੁੰਦਾ ਸੀ ਔਰ ਉਹ ਮੇਰੇ ਵਿਆਹ ਤੇ ਵੀ ਪੜ੍ਹੀ। ਔਰ ਮੈਂ ਸੱਚੀ ਗੱਲ ਹੈ ਕਿ ਉਸ ਤੋਂ ਬਾਅਦ ਮੈਂ ਆਪਣੇ ਫੈਮਿਲੀ 'ਚ ਵੀ ਕਦੀ ਇਹ ਨਹੀਂ ਸੁਣਿਆ ਕਦੀ ਕਿਸੇ ਮਰਾਸੀ ਨੇ ਉਹ ਕਲਿਆਣ ਪੜ੍ਹੀ ਹੋਵੇ। ਤੇ ਸਾਡਾ ਉਹਨਾਂ ਨੂੰ ਅਸੀਂ ਕਹਿੰਦੇ ਨਾ ਦਾਦਾ, ਮਰਾਸੀ ਨੂੰ ਕਹਿੰਦੇ ਦਾਦਾ, ਕਿ ਦਾਦੇ ਨੇ ਆ ਕੇ ਤੇ ਉਹ ਕਲਿਆਣ ਪੜ੍ਹੀ ਤੇ ਉਹ ਸ਼ੁਰੂ ਹੋ ਗਿਆ ਇੱਥੋਂ ਕਿ ਜ਼ਫਰ ਵਲਦ ਅਬਦੁਲ ਅਜ਼ੀਜ਼, ਵਲਦ ਗੁਲਾਮ ਹੈਦਰ, ਵਲਦ ਅਮੀਰ ਅਹਿਮਦ, ਵਲਦ ਅਮੀਰ ਅਹਿਮਦ ਤੋਂ ਬਾਅਦ ਫਿਰ ਵਲਦ ਕਰਮਦਾਦ ਤੇ ਫਿਰ ਵਲਦ ਖੁਦਾ ਯਾਰ। ਉਹ ਵਲਦ ਤੇ ਮੈਂ ਕਹਿਣ ਡਿਆ ਨਾ, ਉਹ ਇਸ ਤਰ੍ਹਾਂ ਪੜ੍ਹਦਾ ਸੀ ਕਿ ਜ਼ਫਰ ਅਬਦੁਲ ਅਜ਼ੀਜ਼ ਦਾ, ਅਬਦੁਲ ਅਜ਼ੀਜ਼ ਗੁਲਾਮ ਹੈਦਰ ਦਾ, ਗੁਲਾਮ ਹੈਦਰ ਕਰਮ ਦਾ, ਅਮੀਰ ਅਹਿਮਦ ਦਾ, ਅਮੀਰ ਅਹਿਮਦ ਕਰਮਦਾਦ ਦਾ, ਕਰਮਦਾਦ ਖੁਦਾ ਯਾਰ ਦਾ, ਖੁਦਾ ਯਾਰ ਨੱਥੇ ਦਾ, ਨੱਥਾ ਖੇੜੇ ਦਾ। ਉਹ ਤੇ ਖੈਰ ਮੈਨੂੰ ਉਹਨਾਂ ਕੀ ਯਾਦ ਜਾਂ ਬਾਈ ਦੀ ਡਾਇਰੀ ਤੋਂ ਮੈਂ ਵੇਖੀ ਚੀਜ਼ਾਂ ਜਿਹੜੀਆਂ ਕਿ ਉਹ ਮੈਂ ਵੇਖੀਆਂ ਕਿ ਰਿਕਾਰਡ ਤੇ ਲਿਖੀਆਂ ਮਰਾਸੀ ਦੀ ਕਲਿਆਣ ਦੇ ਮੁਤਾਬਕ, ਤੇ ਕੁਝ ਉਹ ਜਿਹੜੀਆਂ ਮੈਂ ਆਪਣੇ ਕੰਨੀ ਸੁਣੀਆਂ। ਉਸ ਤੋਂ ਬਾਅਦ ਜਦੋਂ ਮਰਾਸੀ ਇਹ ਕਲਿਆਣ ਪੜ੍ਹ ਲੈਂਦੇ ਸਨ ਨਾ, ਸ਼ਜਰਾ ਨਸਬ, ਤੇ ਉਸ ਤੋਂ ਬਾਅਦ ਫਿਰ ਬਰਾਤਾਂ ਜਾਂ ਜੰਜਾਂ ਚੜ੍ਹਦੀਆਂ ਹੁੰਦੀਆਂ ਸਨ। ਤੇ ਉਹ ਮਕਸਦ ਗੱਲ ਕਰਨ ਦਾ ਹੈਗਾ ਕਿ ਜੱਟ ਜ਼ਿਮੀਂਦਾਰ
ਬਤੌਰ ਲਫ਼ਜ਼ ਦੇ ਜ਼ਿਮੀਂਦਾਰ ਹੋਣ ਦਾ, ਖੇਤੀਬਾੜੀ ਹੋਣ ਦੇ ਨਾਲ ਉਹਦੇ ਮੁਤਲਕ ਹੈ। ਬਾਕੀ ਉਹਦੇ 'ਚ ਤੇ ਕਈ ਨਸਲਾਂ ਫਿਰ ਆਈਆਂ। ਜ਼ਾਹਿਰ ਹੈ ਕਿ ਹੁਣ ਨਸਲਾਂ ਦੀ ਤੇ ਮੁਖਤਲਿਫ ਆਪਣੇ ਆਪਣੇ, ਕੁਝ ਜਿਹੜੇ ਨੇ ਉਹ ਏਸ਼ੀਅਨਸ ਨੇ, ਕੋਈ ਜਿਹੜੇ ਨੇ ਸਾਊਥ ਏਸ਼ੀਅਨਸ ਨੇ, ਕੋਈ ਹੈਗੇ ਨੇ ਨਾਰਥ ਅਮਰੀਕਨ ਨੇ, ਕੋਈ ਅਫਰੀਕਨ ਨੇ, ਕੋਈ ਕਾਲਾ ਹੈ, ਕੋਈ ਗੋਰਾ ਹੈ, ਕੋਈ ਛੋਟੇ ਕੱਦ ਦੇ ਨੇ, ਕੋਈ ਵੱਡੇ ਕੱਦ ਦੇ ਨੇ। ਇਹ ਐਥਨਿਕ ਬੈਕਗਰਾਉਂਡਸ ਜਿਹੜੀ ਹੈ ਨਾ ਨਸਲਾਂ ਦੀ, ਇਹ ਇਸੇ ਤਰ੍ਹਾਂ ਹੀ ਹੈ। ਔਰ ਇਹਦੇ ਵੀ ਹਰ ਚੀਜ਼ ਨੇ ਰੱਬ ਨੇ ਆਪਣੇ ਸਿਗਨੇਚਰ ਕੀਤੇ ਨੇ। ਔਰ ਇਹ ਜਿਹੜਾ ਤੁਸੀਂ ਅੰਗੂਠਾ ਲਾਉਂਦੇ ਹੋ ਨਾ, ਔਰ ਇੱਕ ਅੰਗੂਠਾ ਬੰਦੇ ਦਾ ਦੂਸਰੇ ਬੰਦੇ ਦੇ ਅੰਗੂਠੇ ਨਾਲ ਰਲ ਸਕਦਾ ਹੀ ਨਹੀਂ। ਇਹ ਰੱਬ ਦੇ ਸਿਗਨੇਚਰ ਨੇ ਦਰਅਸਲ, ਕਿ ਦਸਤਖਤ ਕੀਤੇ ਨੇ ਹਰ ਪ੍ਰੋਡਕਟ ਦੇ ਉੱਤੇ ਕਿ ਇਹ ਪ੍ਰੋਡਕਟ ਜਿਹੜਾ ਹੈ ਰੱਬ ਦਾ ਪ੍ਰੋਡਕਟ ਹੈ, ਔਰ ਉੱਤੇ ਸਾਈਨ ਕੀਤੇ ਨੇ ਕਿ ਇਹ ਬਾਇਓਮੈਟ੍ਰਿਕਸ ਇੱਕ ਦੀ ਦੂਸਰੇ ਨਾਲ ਰਲਦੀ ਹੀ ਨਹੀਂ। ਹੁਣ ਤੇ ਖੈਰ ਉਸ ਤੋਂ ਵੀ ਬਹੁਤ ਐਡਵਾਂਸ ਚੀਜ਼ਾਂ ਆ ਗਈਆਂ। ਤੁਸੀਂ ਵਹਿੰਦੇ ਹੋ ਕਿ ਫੇਸ਼ੀਅਲ ਜਿਹੜੇ ਰੈਕਗਨੀਸ਼ਨ ਹੈਗੀ ਹੈ, ਉਹਦੇ ਨਾਲ ਡਿਵਾਈਸਿਸ ਜਿਹੜੀਆਂ ਨੇ ਉਹ ਖੁੱਲ੍ਹਣ ਲੱਗ ਪਈਆਂ ਨੇ। ਔਰ ਇਹਦਾ ਮਤਲਬ ਹੈ ਕਿ ਉਹ ਵੀ ਯੂਨੀਕ ਨੇ, ਹਰ ਪ੍ਰੋਡਕਟ ਦੇ ਨਾਲ, ਹਰ ਆਈਟਮ ਦੇ ਨਾਲ ਉਹ ਵੀ ਯੂਨੀਕ ਹੈਗੀਆਂ ਨੇ। ਇਸ ਵਾਸਤੇ ਇਹ ਜਿਹੜੀ ਯੂਨੀਕਨੈਸ ਹੈ, ਇਹਦਾ ਮਤਲਬ ਹੈ ਕਿ ਇਹਨਾਂ ਦੇ ਨਾਲ ਹੀ ਅੱਗੋਂ ਜਿਹੜਾ ਨਸਲਾਂ ਦਾ ਜਿਹੜਾ ਮੁਖਤਲਿਫ ਸਿਲਸਿਲਾ ਚੱਲਿਆ ਕਿ ਇਹ ਫਲਾਣੀ ਨਸਲ ਹੈ, ਫਲਾਣੀ ਨਸਲ ਹੈ। ਸਾਡੇ ਇੰਡੋ ਸਬ ਪਾਕਿਸਤਾਨ ਜਿਹੜਾ ਸਬ ਕੰਟੀਨੈਂਟ ਹੈ ਨਾ, ਇੰਡੀਅਨ ਸਬ ਕੰਟੀਨੈਂਟ, ਇਹਦੇ ਵਿੱਚ ਜੱਟ, ਰਾਜਪੂਤ, ਗੁੱਜਰ, ਅਰਾਈ, ਬਾਕੀ ਸ਼ਾਹ ਸਾਹਿਬਾਨ, ਕੁਰੈਸ਼ੀ ਸਾਹਿਬਾਨ, ਕਈ ਕਿਸਮ ਦੀਆਂ ਬਰਾਦਰੀਆਂ ਇੱਥੇ ਵਸਦੀਆਂ। ਤੇ ਉਹ ਬਰਾਦਰੀਆਂ ਦਰਅਸਲ ਇਹਨਾਂ ਦਾ ਮਕਸਦ, ਜਿਵੇਂ ਆਪ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਨਾ ਕਿ ਇਹ ਕੋਈ ਫੌਕੀਅਤ ਨਹੀਂ ਹੈ ਇਸ ਗੱਲ ਤੇ ਕਿ ਬਈ ਫਲਾਣੇ ਨੂੰ ਫਲਾਣੇ ਤੇ ਜਿਹੜਾ ਬੜੀ ਫੌਕੀਅਤ ਹੈ ਕਿ ਇਸ ਵਾਸਤੇ ਕਿ ਉਹ ਕਿਸੇ ਚੌਧਰੀ ਦੇ ਘਰ ਜੰਮ ਪਿਆ ਤੇ ਜਾਂ ਇਹ ਹੋਇਆ ਕਿ ਜੋ ਫਲਾਣੀ ਨਸਲ ਤੋਂ ਤਾਲੁਕ ਹੈ। ਉਹ ਤੇ ਤਕਵੇ ਦੀ ਬੁਨਿਆਦ ਤੇ ਸਾਰੀਆਂ ਗੱਲਾਂ ਨੇ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅੱਲਾਹ ਤਾਲਾ ਨੇ ਮੁਖਤਲਿਫ ਲੋਕਾਂ ਨੂੰ ਮੁਖਤਲਿਫ ਇੱਜ਼ਤ ਦੇ ਨਾਲ ਨਵਾਜ਼ਿਆ। ਇਹ ਸਭ ਤੋਂ ਵੱਡੀ ਇੱਜ਼ਤ ਤੇ ਉਹਦੀ ਹੈ ਜਿਹੜਾ ਰੱਬ ਦਾ ਕੁਰਬ ਹਾਸਲ ਹੁੰਦਾ ਜਿਹਨੂੰ। ਲੇਕਿਨ ਫਿਰ ਵੀ ਇਹ ਕਬੀਲਿਆਂ ਦਾ ਵੀ ਜਿਹੜਾ ਇਹ ਡੈਫੀਨੇਟਲੀ ਇੱਕ ਕਾਊਂਟ ਜ਼ਰੂਰ ਹੁੰਦੀ ਹੈ ਚੀਜ਼ ਕਿ ਇਹਨਾਂ ਦੇ ਕਰੈਕਟਰਸ ਕੀ ਨੇ। ਕੁਝ ਫੈਮੀਲੀਅਲ ਕਰੈਕਟਰਸ ਹੁੰਦੇ ਨੇ। ਇਹ ਆਮ ਤੌਰ ਤੇ ਸਾਡੇ ਰੰਧਾਵਿਆਂ ਦੇ ਬਾਰੇ 'ਚ ਜੋ ਕਿ ਮੈਂ ਜਿੱਥੇ ਤੱਕ ਸੁਣਿਆ, ਮੁਮਕਿਨ ਕਈ ਮੇਰੇ ਰੰਧਾਵੇ ਭਰਾ ਜਿਹੜੇ ਤੇ ਇਤਫਾਕ ਨਾ ਵੀ ਕਰਨ, ਕਿ ਸਾਡਾ ਜਿਹੜਾ ਓਰੀਜਨ ਸੀ ਉਹ ਬੇਸਿਕਲੀ ਬੀਕਾਨੇਰ ਰਾਜਸਥਾਨ ਵਾਲੀ ਸਾਈਡ ਤੋਂ ਸੀ। ਔਰ ਉਹਦੇ 'ਚ ਆ ਕੇ ਕਿਉਂਕਿ ਪਿੱਛੋਂ ਤੇ ਜੱਟ ਕਬੀਲਾ ਹੀ ਚੱਲਦਾ ਆ ਰਿਹਾ ਸੀ, ਤੇ ਜੱਟਾਂ ਦੇ ਵਿੱਚੋਂ ਜਿਹੜੇ ਖੇਤੀਬਾੜੀ 'ਚ ਰਹਿ ਗਏ ਉਹ ਜੱਟ ਹੀ ਕਹਿਲਾਉਂਦੇ ਰਹੇ ਅੱਗੇ ਵੀ। ਲੇਕਿਨ ਉਸ ਜ਼ਮਾਨੇ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਇਸ ਨਸਲ 'ਚੋਂ ਬਣੇ ਤੇ ਫਿਰ ਰਾਜਪੂਤ ਦੇ ਨਾਂ ਤੋਂ ਮਸ਼ਹੂਰ ਹੋਏ। ਔਰ ਆਮ ਤੌਰ ਤੇ ਗਿਣਾ ਜਾਂਦਾ ਕਿ ਇਸੇ ਪੇਸ਼ੇ ਦੇ ਹਵਾਲੇ ਨਾਲ ਜਿਹੜੇ ਲੋਕ ਜਿਹੜੇ ਨੇ ਇਹ ਤੁਹਾਡੇ ਲਾਈਫ ਸਟਾਕ ਵਾਲੇ ਪਾਸੇ ਆ ਗਏ, ਉਹਨਾਂ ਨੂੰ ਗੁੱਜਰ ਦੇ ਨਾਮ ਤੋਂ, ਜਿਵੇਂ ਜੱਟਾਂ ਨੂੰ ਰਿਲੇਟ ਕੀਤਾ ਜਾਂਦਾ ਕਾਸ਼ਤਕਾਰੀ ਨਾਲ, ਗੁੱਜਰਾਂ ਨੂੰ ਆਮ ਤੌਰ ਤੇ ਲਾਈਫ ਸਟਾਕ ਨਾਲ ਰਿਲੇਟ ਕੀਤਾ ਜਾਂਦਾ। ਇਸੇ ਤਰ੍ਹਾਂ ਦੂਸਰੀਆਂ ਬਰਾਦਰੀਆਂ ਵਿੱਚ ਜਿਹੜੀਆਂ ਨੇ, ਜਿਵੇਂ ਅਰਾਈ ਬਰਾਦਰੀ ਦਾ ਸੁਣਨ 'ਚ ਆਇਆ ਕਿ ਮੁਹੰਮਦ ਬਿਨ ਕਾਸਿਮ ਜਦੋਂ ਇੱਥੇ ਆਏ ਨੇ ਇੱਥੋਂ, ਜਿਸ ਵੇਲੇ ਰਾਜਾ ਦਾਹਰ ਨੇ ਇੱਥੇ ਤੰਗ ਕੀਤਾ ਇੱਥੋਂ ਦੀ ਖਵਾਤੀਨ ਨੂੰ, ਜਿਹੜੀ ਕਿ ਇਹ ਜਿਹੜਾ ਸਿੰਧ ਦਾ ਖਿੱਤਾ ਕਹਿ ਲਓ ਤੁਸੀਂ, ਤੇ ਉਸ ਹੱਜਾਜ ਬਿਨ ਯੂਸਫ ਮੱਕੇ ਦਾ ਗਵਰਨਰ ਸੀ, ਉਹਨੂੰ ਉਸ ਖਾਤੂਨ ਨੇ ਖਤ ਲਿਖਿਆ। ਮੁਹੰਮਦ ਬਿਨ ਕਾਸਿਮ ਜਿਹੜਾ ਨੌਜਵਾਨੀ ਦੀ ਉਮਰ 'ਚ ਸਿਪਾਹ ਸਾਲਾਰ ਬਣ ਕੇ ਇੱਥੇ ਆਏ, ਉਹਨਾਂ ਨੇ ਸਾਰੀ ਫਤੂਹਾਤ ਕੀਤੀਆਂ। ਤੇ ਅਰਾਈ ਬਰਾਦਰੀ ਬਹੁਤ ਹੱਦ ਤੱਕ ਜਿਹੜੀ ਹੈ ਸਿੰਧ ਦੇ ਵਿੱਚ ਵੀ ਕਾਫੀ ਲੋਕ ਮੌਜੂਦ ਹੈਗੇ ਨੇ। ਬਾਕੀ ਜਿਹੜੀਆਂ ਬਰਾਦਰੀਆਂ ਸਿੰਧ ਦੇ ਵਿੱਚ ਹੈਗੀਆਂ ਨੇ ਉਹ ਮਾਈਗ੍ਰੇਸ਼ਨ ਕਰਕੇ ਇੱਥੋਂ ਇੰਡੀਆ 'ਚ ਗਈਆਂ ਨੇ, ਲੇਕਿਨ ਅਰਾਈ ਓਰੀਜਨਲੀ ਉੱਥੇ ਵੀ ਬਹੁਤ ਜ਼ਿਆਦਾ ਨੇ। ਲੇਕਿਨ ਇਹ ਸਾਰੇ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਸਾਰੀਆਂ ਬਰਾਦਰੀਆਂ ਜਿਹੜੀਆਂ ਨੇ ਇਹ ਫੈਲ ਗਈਆਂ। ਇਹ ਜਿਹੜੀ ਇੰਡੀਆ ਦੀ ਮੁਆਸ਼ਰਤ ਹੈ, ਜਿਹੜਾ ਕਿ ਹੁਣ ਪਾਕਿਸਤਾਨ ਵੀ ਜ਼ਾਹਿਰ ਉਹਦਾ ਹਿੱਸਾ ਸੀ ਪਹਿਲੋਂ, ਇਹਦੇ ਤੇ ਬੜੀ ਛਾਪ ਹੈ ਦੋ ਚੀਜ਼ਾਂ ਦੀ, ਇੱਕ ਬਰਾਦਰੀਆਂ ਦੀ ਤੇ ਇੱਕ ਜਿਹੜੀ ਉਹਦੇ ਵਿੱਚ ਦੀਨ, ਭਾਵੇਂ ਹਿੰਦੂ ਹੋਵੇ, ਭਾਵੇਂ ਉਹ ਮੁਸਲਮਾਨ ਹੋਣ, ਭਾਵੇਂ ਕੋਈ ਹੋਰ ਸਿੱਖ ਹੋਣ, ਇਹ ਬੜੀ ਛਾਪ ਹੈ ਇਹਨਾਂ ਮੁਆਸ਼ਰਿਆਂ ਦੇ ਉੱਤੇ ਇਹਨਾਂ ਦੀ। ਤੇ ਉਹ ਛਾਪ ਦੇ ਲਿਹਾਜ਼ ਨਾਲ ਵੀ ਕਈ ਲੋਕਾਂ ਦੇ ਵਿੱਚ ਤਸਬਾਤ ਵੀ ਆ ਜਾਂਦੇ ਨੇ। ਉਹ ਆਪਣੀ ਤਾਰੀਖ ਦੇ ਵਿੱਚ ਵੀ ਕੋਈ ਨਾ ਕੋਈ ਗਲਤੀਆਂ ਲਿਖਣ 'ਚ ਕਰ ਦਿੰਦੇ ਨੇ, ਜਾਣ ਬੁੱਝ ਕੇ ਵੀ, ਵੈਸੇ ਵੀ, ਕਿ ਆਪਣੇ ਆਪ ਨੂੰ ਕੋਈ ਸੁਪੀਰੀਅਰ ਸਾਬਤ ਕਰਨ ਵਾਸਤੇ। ਕਿੱਸਾ ਕੋਤਾ ਕਿ ਇਹ ਸੁਪੀਰੀਅਰ ਕਰਨ ਵਾਲੀ, ਸਾਬਤ ਕਰਨ ਵਾਲੀ ਕੋਈ ਐਸੀ ਗੱਲ ਨਹੀਂ। ਤਾਰੀਖ ਜਿਹੜੀ ਉਹਨੂੰ ਦਰੁਸਤ ਰੱਖਣਾ ਚਾਹੀਦਾ। ਪਿਛਲੀ ਵਾਰੀ ਗੱਲ ਮੁੱਕੀ ਸੀ ਇੱਥੇ ਕਿ ਅੱਬਾ ਜੀ ਦੀ ਸ਼ਾਦੀ ਹੋ ਗਈ। ਸਾਡੇ ਨਾਲ ਦਾ ਚੱਕ ਮੇਰੇ ਨਾਨਕਿਆਂ ਦਾ 437 ਜੀਮ ਵਿੱਚ, ਔਰ ਨੂਰ ਅਲਾਈ ਸਾਹਿਬ ਅੱਲਾਹ ਤਾਲਾ ਗਰੀਕ ਰਹਿਮਤ ਕਰੇ ਮੇਰੇ ਨਾਨਾ ਹੀ ਸਨ। ਤੇ ਜ਼ਾਹਿਰ ਸ਼ਾਦੀ ਹੋ ਗਈ। ਤੇ ਫਿਰ ਉਸ ਤੋਂ ਬਾਅਦ ਜਿਹੜਾ ਮਸ਼ਹੂਰ ਵਾਕਿਆ ਅੱਬਾ ਜੀ ਦੱਸਦੇ ਹੁੰਦੇ ਨੇ, ਕਿਉਂਕਿ ਅੱਬਾ ਜੀ ਜਿਹੜੇ ਨੇ ਉਹ ਪੜ੍ਹੇ ਤੇ 5 ਜਮਾਤਾਂ ਹੀ ਸਨ, ਲੇਕਿਨ ਅਲਹਮਦੁਲਿਲਾ ਉਹਨਾਂ ਦਾ ਅਰਬੀ ਤੇ ਫਾਰਸੀ ਤੇ ਬੜਾ ਅਬੂਰ ਹੁੰਦਾ ਸੀ ਉਹਨਾਂ ਦਾ। ਔਰ ਦੀਨੀ ਕੁਤਬ ਉਹਨਾਂ ਦੇ ਘਰ ਇੱਕ ਉਹਨਾਂ ਦੀ ਇੱਕ ਲਾਇਬ੍ਰੇਰੀ ਹੁੰਦੀ ਸੀ,
ਉਹਦੇ 'ਚ ਉਹਨਾਂ ਛੋਟੇ ਕਿਤਾਬਾਂ ਰੱਖੀਆਂ ਹੁੰਦਾ ਸੀ, ਔਰ ਉਹ ਬੜੇ ਇਨਕੁਇਜ਼ਿਟਿਵ ਹੁੰਦੇ ਸਨ ਇਹਨਾਂ ਚੀਜ਼ਾਂ ਨੂੰ ਪੜ੍ਹਨ ਲਈ। ਤੇ ਚੂੰਕਿ ਉਹ ਸਾਡੀ ਇੱਕ ਜੰਮਦੇ ਹੀ ਵੇਖਿਆ ਕਿ ਇੱਕ ਅਲਮਾਰੀ ਦੇ ਵਿੱਚ ਅੱਬਾ ਜੀ ਦੀਆਂ ਕਿਤਾਬਾਂ ਪਈਆਂ ਹੁੰਦੀਆਂ ਸਨ, ਡਾਇਰੀ ਲਿਖਦੇ ਹੁੰਦੇ ਸਨ, ਤੇ ਉਹ ਵਕਤਨ ਫੋਕਤਨ ਸਾਡਾ ਵੀ ਧਿਆਨ ਉੱਤੇ ਪੈ ਜਾਣਾ ਤੇ ਅਸੀਂ ਵੀ ਉਹਨਾਂ ਨੂੰ ਵੇਖ ਲੈਣਾ। ਉਹਦੇ 'ਚ ਅੱਬਾ ਜੀ ਫਿਰ ਜਿਹੜਾ ਮਸ਼ਹੂਰ ਦੱਸਦੇ ਨੇ ਸਾਨੂੰ ਕਿ ਜਦੋਂ ਲੋਟੀਆਂ ਪਈਆਂ ਨਾ, ਪਾਕਿਸਤਾਨ ਜਦੋਂ ਬਣਿਆ 1947 'ਚ, ਉਹਨੂੰ ਗਦਰ ਵੀ ਕਹਿੰਦੇ ਨੇ, ਉਜਾੜੇ ਵੀ ਕਹਿੰਦੇ ਨੇ, ਲੋਟੀਆਂ ਵੀ ਕਹਿੰਦੇ ਨੇ। ਉਸ ਜ਼ਮਾਨੇ ਦੇ ਵਿੱਚ ਜਿਹੜੇ ਨਿਆਣੇ ਕੋ ਜੰਮਦੇ ਸਨ ਨਾ, ਤੇ ਉਹ ਡੇਟ ਆਫ ਬਰਥ ਜਿਹੜਾ ਘੱਟ ਲੋਕ ਲਿਖਦੇ ਸਨ, ਤੇ ਉਹ ਤੇ ਜੇਠ ਹਾੜ ਸਾਉਣ ਭਾਦਰੋਂ ਹੀ ਲਿਖਦੇ ਸਨ ਜਿਹੜੇ ਲਿਖਦੇ ਸਨ, ਲੇਕਿਨ ਅਮੂਮਨ ਲਿਖਦੇ ਹੀ ਨਹੀਂ ਸਨ ਹੁੰਦੇ। ਤੇ ਉਹਨਾਂ ਨੂੰ ਜੋ ਪੁੱਛੀਦਾ ਸੀ ਨਾ ਕਿ ਕਦੋਂ ਜੰਮਿਆ ਸੀ ਫਲਾਣਾ ਨਿਆਣਾ, ਆਹ ਯਾਰ ਜਦੋਂ ਅਜਾੜੇ ਪਏ ਸਨ ਨਾ, ਜਦੋਂ ਗਦਰ ਪਿਆ ਸੀ, ਜਦੋਂ ਲੋਟੀਆਂ ਪਈਆਂ ਸਨ ਨਾ, ਉਸ ਜ਼ਮਾਨੇ ਦੇ ਵਿੱਚ ਉਹਦੇ ਨਾਲੋਂ ਕੋਈ 2 ਸਾਲ ਪਹਿਲੋਂ ਜਾਂ 2 ਸਾਲ ਬਾਅਦ ਜਾਂ ਇੰਨੇ ਸਾਲ ਪਹਿਲੋਂ ਇੰਨੇ ਸਾਲ ਬਾਅਦ ਜੰਮਿਆ ਸੀ। ਯਾਦ ਦੱਸਣਾ ਕਿ ਉਦੋਂ ਜਿਹੜੀ ਵੱਡੀ ਜੰਗ ਲੱਗੀ ਸੀ ਨਾ, ਜੰਗੇ ਅਜ਼ੀਮ, ਇਹ ਉਦੋਂ ਜੰਮਿਆ ਸੀ। ਉਹ ਵਾਕਿਆਤ ਦੇ ਨਾਲ ਜਿਹੜਾ ਨਾ ਉਹ ਰਿਲੇਟ ਕਰਦੇ ਨੇ ਉਹਨਾਂ ਨੂੰ ਕਿ ਜਿਹੜੇ ਉਸ ਜ਼ਮਾਨੇ ਤਾਰੀਖੀ ਵਾਕਿਆਤ ਹੁੰਦੇ ਸਨ। ਅੱਬਾ ਜੀ ਦੱਸਦੇ ਨੇ ਕਿ ਜਿਸ ਵੇਲੇ ਇਹ ਲੋਟੀਆਂ ਪਈਆਂ ਜਾਂ ਗਦਰ ਜਾਂ ਜਾੜੇ ਪਏ, ਤੇ ਜਿਹੜੇ ਚੌੜੇ ਦੇ ਬਾਜਵੇ ਸਨ ਅੱਬਾ ਜੀ ਹੋਰਾਂ ਦੇ ਨਾਨਕੇ, ਇਹ ਜ਼ਾਹਿਰ ਹੈ ਕਿ ਉੱਥੋਂ ਬੜੇ ਮਾਸ ਇੱਕ ਮਾਈਗ੍ਰੇਸ਼ਨ ਜਿਹੜੀ ਹੈ ਉਹ ਹੋਈ, ਔਰ ਉਹ ਇੱਧਰ ਪਾਕਿਸਤਾਨ ਵਾਲੇ ਪਾਸੇ ਜਿਸ ਵੇਲੇ ਹਿਜਰਤ ਕਰੇ, ਤੇ ਇੱਧਰੋਂ ਜ਼ਾਹਿਰ ਹੈ ਜਿਹੜੇ ਸਿੱਖ ਸਨ ਨਾ, ਖਾਸ ਤੌਰ ਤੇ ਸਿੱਖ ਇਸ ਇਲਾਕੇ 'ਚ ਬਹੁਤ ਜ਼ਿਆਦਾ ਹੁੰਦਾ ਸੀ, ਹਿੰਦੂ ਜਾਂ ਸਿੱਖ, ਇਹ ਸਾਰੇ ਮਾਈਗ੍ਰੇਟ ਲੱਖਾਂ ਦੀ ਤਾਦਾਦ ਦੇ ਵਿੱਚ ਕਰ ਗਏ ਇੰਡੀਆ ਦੇ ਵਿੱਚ। ਔਰ ਇਹ ਜਿਹੜੇ ਉੱਥੋਂ ਹਿੰਦੂ ਤੇ ਸਿੱਖ ਆਏ ਸਨ ਨਾ ਇੱਥੇ, ਉਹ ਵਾਪਸ ਵੀ ਤਕਰੀਬਨ ਉਹਨਾਂ ਹੀ ਪਿੰਡਾਂ, ਉਹਨਾਂ ਹੀ ਇਲਾਕਿਆਂ ਦੇ ਵਿੱਚ ਗਏ ਜਿੱਥੋਂ ਇਹ ਆਏ ਸਨ। ਜਦੋਂ ਇੱਥੇ ਨਹਿਰਾਂ ਬਣੀਆਂ ਸਨ, ਰਕਬੇ ਜਾਂ ਜ਼ਮੀਨਾਂ ਆਬਾਦ ਕਰਨ ਆਏ ਸਨ ਨਾ, ਉੱਥੋਂ ਆਏ ਤੇ ਉਦੋਂ ਇੱਥੇ ਆ ਕੇ ਕਹਿੰਦੇ ਹੁੰਦੇ ਸਨ ਵਤਨ, ਕਿ ਮੈਂ ਪਿਛਾਂ ਹੁਣ ਵਤਨ ਚੱਲਿਆ ਜਾਂ ਵਤਨ ਜਾਣਾ ਹੈ। ਉਹ ਫਿਰ ਇੰਡੀਆ ਦੇ ਵਿੱਚ ਜਿਹੜੇ ਸਿੱਖ ਤੇ ਦੂਸਰੇ ਹਿੰਦੂ ਨੇ ਸਾਰੇ, ਅਕਸਰੀਅਤ ਇਹਨਾਂ ਦੀ ਵਾਪਸ ਚਲੀ ਗਈ। ਇਸੇ ਤਰ੍ਹਾਂ ਜਿਹੜੇ ਮੁਸਲਮਾਨ ਸਨ ਉਹਨਾਂ ਇਲਾਕਿਆਂ ਦੇ ਵਿੱਚ ਉਹ ਹਿਜਰਤ ਕਰਕੇ ਪਾਕਿਸਤਾਨ ਆ ਗਏ। ਤੇ ਅੱਬਾ ਹੀ ਦੱਸਦੇ ਨੇ ਕਿ ਉਹ ਚੌੜੇ ਬਾਜਵਿਆਂ ਦੇ ਜਿਹੜੇ ਸਾਡੇ ਨਾਨਕੇ ਸਨ ਨਾ, ਉਹਨਾਂ ਨੇ ਚੂੰਕਿ ਇੱਥੇ ਆਉਣਾ ਸੀ, ਤੇ ਗੱਡਿਆਂ ਦੇ ਉੱਤੇ ਤੇ ਪੈਦਲ ਤੇ ਟ੍ਰੇਨਾਂ ਤੇ ਪਤਾ ਨਹੀਂ ਕਿਵੇਂ ਕਿਵੇਂ ਕੁਰਬਾਨੀਆਂ ਦਿੱਤੀਆਂ ਗਈਆਂ, ਲੱਖਾਂ ਲੋਕ ਜਿਹੜੇ ਨੇ ਉਹ ਮਾਰੇ ਗਏ। ਤੇ ਉਹ ਜੋ ਵੀ ਸੀ ਉਹਦੇ ਤੇ ਬਹਿਸ ਕਾਹਦੀ ਕੀਤੀ ਜਾਵੇ, ਇੱਕ ਬਹੁਤ ਬੜਾ ਅਲਮੀਆ ਸੀ ਜਿਹੜਾ ਕਿ ਉਹ ਗੁਜ਼ਰ ਗਿਆ। ਉਹ ਦੱਸਦਿਆਂ ਵੀ ਅੱਖਾਂ ਦੇ ਵਿੱਚ ਅਥਰੂ ਆਉਂਦੇ ਹਨ ਬਜ਼ੁਰਗਾਂ ਦੇ ਸਾਡੇ, ਕਿ ਯਾਰ ਬਹੁਤ ਬੜਾ ਇੱਕ ਸਦਮਾ ਸੀ ਉਹ ਟਾਈਮ ਜਿਹੜਾ ਹੈਗਾ। ਤੇ ਅੱਬਾ ਹੀ ਦੱਸਦੇ ਨੇ ਕਿ ਉਹਨਾਂ ਨੇ ਚੂੰਕਿ ਇੱਥੇ ਆਉਣਾ ਸੀ, ਸਾਨੂੰ ਪਤਾ ਲੱਗ ਗਿਆ ਸੀ ਆਉਣ ਡਏ ਨੇ, ਤੇ ਅਸੀਂ ਵੀ ਗੱਡਿਆਂ ਤੇ ਲੋਟੀ ਕਰਨ ਨਿਕਲੇ ਜਾਂ ਕਬਜ਼ਾ ਕਰਨ ਨਿਕਲੇ ਉਹਨਾਂ ਘਰਾਂ ਤੇ, ਤਾਂ ਕਿ ਉਹਨਾਂ ਵਾਸਤੇ ਅਸੀਂ ਘਰ ਮੱਲ ਲਈਏ, ਉਹਨਾਂ ਵਾਸਤੇ ਕਣਕ ਜਿਹੜੀ ਉਹ ਪੜੋਲਿਆਂ 'ਚ ਪਾ ਲਈਏ, ਸੰਭਾਲ ਲਈਏ, ਜ਼ਖੀਰਾ ਕਰ ਲਈਏ ਵੀ ਉਹ ਆਉਂਦਿਆਂ ਨੂੰ ਤੰਗ ਨਾ ਹੋਣ। ਤੇ ਉਹ ਉਸੇ ਤਰ੍ਹਾਂ ਹੀ ਉਹਨਾਂ ਕੀਤਾ ਕਿ ਬਰਿਆਰਾਂ ਦਾ ਪਿੰਡ ਸੀ ਸਾਡੇ ਲਾਗੇ, ਤੇ ਅੱਬਾ ਹੀ ਦੱਸਦੇ ਨੇ ਕਿ ਉੱਥੇ ਜਾ ਕੇ ਸਿੱਖਾਂ ਦੇ 2-3 ਵੱਡੇ ਘਰ ਸਨ, ਉੱਥੇ ਜਾ ਕੇ ਤੇ ਅਸੀਂ ਵੀ ਚੂੰਕਿ ਜਿਵੇਂ ਦੱਸਿਆ ਕਿ ਅਸੀਂ 7 ਦਾਦਿਆਂ ਦੀ ਔਲਾਦ ਸਾਂ। ਇਹ ਅੱਗੋਂ ਸਾਡੇ ਜਿਹੜੇ ਅੱਬਾ ਜੀ ਹੋਰੀ ਨੇ ਚਾਚੇ ਬਾਦੇ ਮਾਸ਼ਾਅੱਲਾ ਵਾਹਵਾ ਤਾਦਾਦ ਸੀ ਇਹਨਾਂ ਦੀ, ਚਾਚੇ ਦੇ ਪੁੱਤਰਾਂ ਦੀ, ਭਰਾਵਾਂ ਦੀ, ਤੇ ਸੱਕੇ ਭਰਾਵਾਂ ਵਾਂਗੂ ਰਹਿੰਦੇ ਹੁੰਦੇ ਸਨ। ਤੇ ਇਹਨਾਂ ਨੇ ਚੂੰਕਿ ਅਮੂਮਨ ਇਹਨਾਂ ਦੇ ਹੋਣ ਤੇ ਅੱਗੋਂ ਫਿਰ ਵੱਧਦੇ ਟੱਬਰ ਵੱਧ ਗਏ, ਇੱਕ ਹੀ ਹਵੇਲੀ 'ਚ ਰਹਿੰਦੇ ਹੁੰਦੇ ਸਨ, ਇੱਕ ਹੀ ਘਰ ਦੇ ਵਿੱਚ ਰਹਿੰਦੇ ਹੁੰਦੇ ਸਨ, ਵੀ ਉਹ ਚਾਚੇ ਦਾ ਘਰ ਹੈ ਤੇ ਉਹ ਸਾਡਾ ਘਰ ਹੈ, ਤੇ ਅੱਗੋਂ ਉਹਦੇ ਮੁੰਡੇ ਤੇ ਜਿਵੇਂ ਅਸੀਂ ਹੁਣ ਰਹਿੰਦੇ ਹਾਂ ਕਦੀ। ਤੇ ਇਹ ਫਿਰ ਸਾਰੇ ਰਲ ਕੇ ਘੋੜੀਆਂ ਤੇ ਇਹ ਜਾ ਕੇ ਤੇ ਲੋਟੀ ਕਰਨ ਗਏ, ਤੇ ਜਾ ਕੇ ਬਰਿਆਰਾਂ ਦੇ ਵਿੱਚ ਉਹ ਬਾਜਵਿਆਂ ਵਾਸਤੇ, ਆਪਣੇ ਨਾਨਕਿਆਂ ਵਾਸਤੇ ਇਹਨਾਂ ਨੇ ਉੱਥੇ ਜਗ੍ਹਾ ਮੱਲ ਲਈ। ਸਿੱਖਾਂ ਦੀਆਂ ਹਵੇਲੀਆਂ 2-4 ਸਨ ਜਿਹੜੇ ਖਾਲੀ ਕਰਕੇ ਗਏ ਸਨ, ਉੱਥੇ ਜਾ ਕੇ ਤੇ ਇਹਨਾਂ ਨੇ ਕੋਈ ਕਣਕ ਸ਼ਣਕ ਇਹ ਉਹ ਇਹਨਾਂ ਵਾਹਵਾ ਜ਼ਖੀਰਾ ਕਰ ਲਿਆ। ਤੇ ਜਿਸ ਵੇਲੇ ਉੱਥੋਂ ਉਹ ਨਾਨਕੇ ਆਏ ਬਾਜਵੇ, ਤੇ ਉਹਨਾਂ ਬਾਜਵੇ ਸਾਹਿਬਾਨ ਨੂੰ ਉੱਥੇ ਸੈਟਲ ਕੀਤਾ। ਇਹਨਾਂ ਨੂੰ ਵਾਹੀ ਬੀਜੀ ਜਿਹੜੀ ਸੀ ਜ਼ਮੀਨਾਂ ਜਿਹੜੀਆਂ ਨੇ ਕੁਝ ਜਿਵੇਂ ਕਹਿੰਦੇ ਨੇ ਕਲੇਮ ਪਵਾਏ, ਉਹ ਕਲੇਮ ਪੈਂਦਿਆਂ ਤੇ ਕੋਈ ਟਾਈਮ ਲੱਗ ਗਿਆ ਉੱਥੇ ਕਿ ਫਲਾਣੀ ਜਗ੍ਹਾ ਮਾਮੇ ਫਲਾਣੇ ਦੇ ਇੰਨਾ ਰਕਬਾ ਪਿੱਛੇ ਸੀ ਤੇ ਇੰਨਾ ਇੱਥੇ ਪੈ ਗਿਆ, ਉੱਥੇ ਤੇ ਵਕਤ ਲੱਗਾ, ਲੇਕਿਨ ਆਉਂਦਿਆਂ ਉਹਨਾਂ ਨੂੰ ਖਾਣ ਪੀਣ ਨੂੰ ਰਹਿਣ ਨੂੰ ਉਹਨਾਂ ਨੂੰ ਥਾਂ ਲੱਭ ਗਿਆ। ਇਹ ਬੜਾ ਅੱਲਾ ਦਾ ਸ਼ੁਕਰ ਸੀ, ਉਹਨਾਂ ਦੀ ਸੈਟਲਮੈਂਟ ਹੋ ਗਈ। ਲਓ ਜੀ, ਇੱਥੇ ਹੁਣ ਅਸੀਂ ਲਾਉਣੇ ਅੱਜ ਬ੍ਰੇਕ, ਤੇ ਅੱਗੋਂ ਫਿਰ ਇਨਸ਼ਾਅੱਲਾ ਜਿਹੜੀ ਚੌਥੀ ਕਿਸ਼ਤ ਹੈ ਉਹ ਵੀ 2-4 ਦਿਨਾਂ ਦੇ ਵਿੱਚ ਇਨਸ਼ਾਅੱਲਾ ਮੈਂ ਅਪਲੋਡ ਕਰ ਦਿਆਂਗਾ। ਤੇ ਜੁੜੇ ਰਹੋ ਮੇਰੇ ਚੈਨਲ ਦੇ ਨਾਲ। ਇਹ ਬਹੁਤ ਦਿਲਚਸਪ ਤਾਰੀਖ ਹੈ, ਔਰ ਇਸ ਤਾਰੀਖ ਨੂੰ ਮੁਆਜ਼ਨਾ ਅੱਜ ਦੀ ਯੂਥ ਨੂੰ ਕਰਨ ਦੀ ਜ਼ਰੂਰਤ ਹੈ ਕਿ ਸਾਡੇ ਆਬਾਓ ਅਜਦਾਦ ਕਿੰਨਾ ਹਾਲਾਤ 'ਚ, ਕਿੰਨਾ ਕੁਰਬਾਨੀਆਂ ਦੇ ਵਿੱਚ ਉਹ ਰਹੇ,
ਉਹਨਾਂ ਸਬਰ ਕੀਤਾ, ਉਹਨਾਂ ਮਿਹਨਤਾਂ ਕੀਤੀਆਂ, ਉਸ ਕਲਚਰ ਦੇ ਵਿੱਚ ਰਹਿ ਕੇ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ। ਇਸ ਵਾਸਤੇ ਕਿ ਜਿਹੜਾ ਤਾਰੀਖ ਤੋਂ ਕੱਟ ਜਾਏ, ਆਪਣੀ ਨਸਲ ਤੋਂ ਕੱਟ ਜਾਏ, ਆਪਣੇ ਆਬਾ ਅਜਦਾਦ ਤੋਂ ਕੱਟ ਜਾਏ, ਉਹਦਾ ਕੋਈ ਟਿਕਾਣਾ ਹੀ ਨਹੀਂ ਹੁੰਦਾ। ਉਹ ਇੰਝ ਹੀ ਹੁੰਦਾ ਜਿਵੇਂ ਉਹ ਗੁਆਚ